यस बेटा क्लास 9th बेटा ਤੁਹਾਡੀ ਇੰਗਲਿਸ਼ ਲਿਟਰੇਚਰ ਬੁੱਕ ਜੋ ਹੈ ਸਪਲੀਮੈਂਟਰੀ ਰੀਡਰ ਉਹ ਅਸੀਂ ਅੱਜ ਬਿਗਿਨ ਕਰਨ ਜਾ ਰਹੇ ਹਾਂ। ਉਹਦਾ ਲੈਸਨ ਨੰਬਰ 1 ਰੀਡ ਕਰਾਂਗੇ। ਸੋ ਓਪਨ ਯੂਰ ਬੁੱਕ। The first lesson is the magic violin. So as you all know, violin is a musical instrument. So in this lesson we will read a story which is based on a magical violin. It's written by Dr. Anand Malik. First of all, have a look at the introduction of the story. Here goes the introduction. An orphan lived in Sicily, Italy. ਇਟਲੀ ਕੰਟਰੀ ਦੇ ਇੱਕ ਸਟੇਟ ਸਿਸਲੀ ਦੇ ਵਿੱਚ ਇੱਕ ਔਰਫਨ ਇੱਕ ਅਨਾਥ ਬੱਚਾ ਰਹਿੰਦਾ ਸੀਗਾ ਜਿਹਦੇ ਕਿ ਪੇਰੈਂਟਸ ਦੀ ਡੈਥ ਹੋ ਚੁੱਕੀ ਸੀਗੀ। ਹੀ ਵੈਂਟ ਅਰਾਊਂਡ ਲੁਕਿੰਗ ਫॉर ਵਰਕ। ਕਾਫੀ ਗਰੀਬ ਸੀਗਾ ਔਰ ਵਰਕ ਦੀ ਤਲਾਸ਼ ਦੇ ਵਿੱਚ ਉਹ ਘੁੰਮ ਰਿਹਾ ਸੀਗਾ। ਹੀ ਮੈਟ ਅ ਫਾਰਮਰ ਹੂ ਗੇਵ ਹਿਮ ਦਾ ਜੋਬ ਆਫ ਟੇਕਿੰਗ ਹਿਸ ਗੋਟਸ ਟੂ ਗ੍ਰੇਜ਼ ਔਨ ਦਾ ਹਿਲਸ। ਉਸ ਤੋਂ ਬਾਅਦ ਇੱਕ ਫਾਰਮਰ ਨੂੰ ਮਿਲਦਾ ਹੈ ਔਰ ਫਾਰਮਰ ਉਹਨੂੰ ਇੱਕ ਜੋਬ ਦੇ ਦਿੰਦਾ ਹੈ ਕਿ ਉਹ ਡੇਲੀ ਉਹਦੀਆਂ ਗੋਟਸ ਨੂੰ ਉਹਦੀਆਂ ਬੱਕਰੀਆਂ ਨੂੰ ਹਿਲਸ ਦੇ ਉੱਪਰ ਗ੍ਰੇਜ਼ਿੰਗ ਕਰਨ ਲਈ ਚਾਰਨ ਵਾਸਤੇ ਲੈ ਕੇ ਜਾਇਆ ਕਰੇਗਾ। ਡਿਡ ਦਾ ਬੋਏ ਗੈਟ ਪੇਡ ਫॉर ਦਾ ਵਰਕ ਹੀ ਡਿਡ। ਇਸ ਸਟੋਰੀ 'ਚ ਅਸੀਂ ਇਹ ਜਾਣਾਂਗੇ ਕਿ ਕੀ ਉਸ ਬੱਚੇ ਨੂੰ ਜਿਹੜਾ ਹੈ ਕੰਮ ਦੇ ਬਦਲੇ ਪੇਮੈਂਟ ਮਿਲਦੀ ਹੈ। ਵਟ ਹੈਪਨਡ ਵੈਨ ਹੀ ਵਾਂਟਿਡ ਟੂ ਲੀਵ ਦਾ ਜੋਬ। ਔਰ ਉਸ ਤੋਂ ਬਾਅਦ ਜਦੋਂ ਆਖਿਰ ਉਹ ਇੱਕ ਦਿਨ ਜੋਬ ਛੱਡਣਾ ਚਾਹੁੰਦਾ ਹੈ ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਉਹਨੂੰ ਪੇਮੈਂਟ। So let's start reading the story. In Sicily, there once lived a boy who was always happy, although he was very poor. ਇਟਲੀ ਦੀ ਸਿਸਲੀ ਸਟੇਟ ਦੇ ਵਿੱਚ ਇੱਕ ਲੜਕਾ ਰਹਿੰਦਾ ਸੀਗਾ ਜੋ ਹਮੇਸ਼ਾ ਹੀ ਬੜਾ ਖੁਸ਼ ਰਹਿੰਦਾ ਸੀਗਾ ਚਾਹੇ ਉਹ ਕਿੰਨਾ ਵੀ ਗਰੀਬ ਸੀ। His parents died when he was young, so he set out by himself to seek his fortune. ਜਦੋਂ ਬਹੁਤ ਛੋਟਾ ਸੀ ਤਾਂ ਉਹਦੇ ਪੇਰੈਂਟਸ ਦੀ ਡੈਥ ਹੋ ਗਈ ਸੀਗੀ। So he set out by himself to seek his fortune. ਸੋ ਉਹਨੇ ਖੁਦ ਫੈਸਲਾ ਕੀਤਾ ਕਿ ਉਹ ਆਪਣੀ ਕਿਸਮਤ ਖੁਦ ਬਣਾਏਗਾ। ਹੀ ਲਾਫਡ ਮੈਰੀਲੀ ਐਟ ਐਵਰੀਥਿੰਗ। ਹਰ ਇੱਕ ਚੀਜ਼ ਦੇ ਉੱਪਰ ਉਹ ਜਿਹੜਾ ਹੈ ਖੁਸ਼ੀ ਜ਼ਾਹਿਰ ਕਰਦਾ ਸੀਗਾ ਔਰ ਹੱਸਦਾ ਰਹਿੰਦਾ ਸੀਗਾ। ਐਂਡ ਆਲ ਥਰੂ ਹਿਸ ਟਰਬਲਸ ਹੀ ਵਾਜ਼ ਚੀਅਰਫੁਲ ਐਂਡ ਹੈਪੀ। ਚਾਹੇ ਕਿੰਨੀਆਂ ਵੀ ਟਰਬਲਸ ਉਹਨੂੰ ਆਉਂਦੀਆਂ ਸੀਗੀਆਂ, ਮੁਸ਼ਕਿਲਾਂ ਆਉਂਦੀਆਂ ਸੀਗੀਆਂ, ਉਹ ਹਮੇਸ਼ਾ ਹੀ ਖੁਸ਼ ਰਹਿੰਦਾ ਸੀਗਾ। ਹੀ ਵੈਂਟ ਅਬਾਊਟ ਦਾ ਕੰਟਰੀ ਲੁਕਿੰਗ ਫॉर ਵਰਕ। ਔਰ ਉਹ ਕੰਟਰੀ ਦਾ ਮਤਲਬ ਇੱਥੇ ਹੁੰਦਾ ਜੀ ਰੂਰਲ ਏਰੀਆ, ਪਿੰਡਾਂ ਵਾਲਾ ਏਰੀਆ। ਪੂਰੇ ਪਿੰਡਾਂ ਵਾਲੇ ਏਰੀਆ ਦੇ ਵਿੱਚ ਉਹ ਘੁੰਮਦਾ ਰਹਿੰਦਾ ਸੀਗਾ ਕੰਮ ਦੀ ਤਲਾਸ਼ ਦੇ ਵਿੱਚ। ਐਂਡ ਐਟ ਲਾਸਟ ਵਨ ਡੇ ਹੀ ਕੇਮ ਟੂ ਅ ਫਾਰਮ ਹਾਊਸ। ਔਰ ਅਖੀਰ ਉਹ ਇੱਕ ਦਿਨ ਇੱਕ ਫਾਰਮ ਹਾਊਸ ਦੇ ਵਿੱਚ ਪਹੁੰਚਿਆ। ਹੀ ਨੌਕਡ ਐਟ ਦਾ ਡੋਰ ਐਂਡ ਦਾ ਫਾਰਮਰ ਕੇਮ ਆਊਟ। ਉਹਨੇ ਦਰਵਾਜ਼ਾ ਖਟਖਟਾਇਆ ਔਰ ਇੱਕ ਕਿਸਾਨ ਬਾਹਰ ਆਇਆ। ਵਟ ਡੂ ਯੂ ਵਾਂਟ, ਦਾ ਫਾਰਮਰ ਆਸਕਡ ਐਂਗਰੀਲੀ। ਉਸ ਕਿਸਾਨ ਨੇ ਬੱਚੇ ਨੂੰ ਪੁੱਛਿਆ ਕਿ ਤੁਹਾਨੂੰ ਕੀ ਚਾਹੀਦਾ ਹੈ, ਗੁੱਸੇ ਦੇ ਨਾਲ। ਹੀ ਵਾਜ਼ ਅ ਮੀਨ ਪਰਸਨ ਐਂਡ ਅ ਮਾਈਜ਼ਰ ਐਂਡ ਥੋਟ ਦੈਟ ਦਾ ਬੋਏ ਮਸਟ ਬੀ ਅ ਬੈਗਰ। ਫਾਰਮਰ ਬਹੁਤ ਹੀ ਇੱਕ ਕਨਿੰਗ ਕਿਸਮ ਦਾ, ਕਮੀਨੇ ਕਿਸਮ ਦਾ ਆਦਮੀ ਸੀਗਾ, ਕਾਫੀ ਮਾਈਜ਼ਰ ਕੰਜੂਸ ਸੀਗਾ ਔਰ ਉਹਨੇ ਸੋਚਿਆ ਕਿ ਸ਼ਾਇਦ ਇਹ ਲੜਕਾ ਬੈਗਰ ਭਿਖਾਰੀ ਹੈ ਔਰ ਭੀਖ ਮੰਗਣ ਆਇਆ ਹੈ। ਆਈ ਵਾਂਟ ਵਰਕ, ਸੈਡ ਦਾ ਬੋਏ ਸਮਾਈਲਿੰਗ, ਐਂਡ ਐਨੀ ਕਾਈਂਡ ਆਫ ਵਰਕ। ਲੇਕਿਨ ਅਨਾਥ ਬੱਚੇ ਨੇ ਕਿਹਾ ਕਿ ਮੈਨੂੰ ਕੰਮ ਚਾਹੀਦਾ ਹੈ, ਮੈਨੂੰ ਵਰਕ ਚਾਹੀਦਾ ਹੈ, ਕਿਸੇ ਵੀ ਕਿਸਮ ਦਾ ਕੰਮ ਜਿਹੜਾ ਹੈ ਮੈਂ ਕਰਾਂਗਾ। ਆਈ ਸੀ, ਸੈਡ ਦਾ ਮਾਈਜ਼ਰ ਲੈਸ ਐਂਗਰੀਲੀ, and he saw a way of getting something for nothing. Well, you can come and look after my goods. ਸੋ ਮਾਈਜ਼ਰ ਕੰਜੂਸ ਜਿਹੜਾ ਫਾਰਮਰ ਸੀ ਉਹ ਕਹਿੰਦਾ ਕਿ ਠੀਕ ਹੈ, ਮੈਨੂੰ ਪਤਾ ਲੱਗ ਗਿਆ ਕਿ ਤੂੰ ਕੰਮ ਦੀ ਤਲਾਸ਼ 'ਚ ਆਇਆ। ਔਰ ਉਹਨੇ ਇਹ ਵੀ ਸੋਚਿਆ ਕਿ ਸ਼ਾਇਦ ਫਰੀ ਦੇ ਵਿੱਚ ਕੰਮ ਕਰਨ ਵਾਲਾ ਵਰਕਰ ਉਹਨੂੰ ਮਿਲ ਗਿਆ ਹੈ। ਫਿਰ ਉਹਨੂੰ ਕੰਮ 'ਤੇ ਲਗਾ ਦਿੰਦਾ, ਕਹਿੰਦਾ ਤੁਸੀਂ ਆ ਸਕਦੇ ਹੋ ਔਰ ਮੇਰੀਆਂ ਗੋਟਸ ਬੱਕਰੀਆਂ ਦੀ ਦੇਖਭਾਲ ਕਰ ਸਕਦੇ ਹੋ। ਸੋ ਦਾ ਬੋਏ ਵੈਂਟ ਟੂ ਲਿਵ ਇਨ ਦਾ ਫਾਰਮ ਹਾਊਸ। ਸੋ ਲੜਕਾ ਜਿਹੜਾ ਹੈ ਫਾਰਮ ਹਾਊਸ ਦੇ ਵਿੱਚ ਰਹਿਣ ਚਲਾ ਗਿਆ। ਐਂਡ ਐਵਰੀ ਡੇ ਹੀ ਟੁੱਕ ਦਾ ਗੋਟਸ ਟੂ ਦਾ ਹਿਲਸ ਟੂ ਗ੍ਰੇਜ਼। ਔਰ ਹਰ ਰੋਜ਼ ਉਹ ਬੱਕਰੀਆਂ ਨੂੰ ਪਹਾੜੀਆਂ ਉੱਪਰ ਲੈ ਕੇ ਜਾਣ ਲੱਗਾ। ਉੱਥੇ ਉਹਨਾਂ ਨੂੰ ਗ੍ਰੇਜ਼ਿੰਗ ਕਰਵਾਉਂਦਾ, ਉੱਥੇ ਉਹਨਾਂ ਨੂੰ ਗਰਾਸ ਦੇ ਉੱਪਰ ਗ੍ਰੇਜ਼ਿੰਗ ਕਰਵਾਉਂਦਾ ਸੀ। ਬੱਕਰੀਆਂ ਸਾਰਾ ਦਿਨ ਘਾਹ ਚਰਦੀਆਂ ਸੀ ਪਹਾੜੀ ਦੇ ਉੱਪਰ। ਸੋ ਇਸ ਤਰ੍ਹਾਂ ਬੋਏ ਜਿਹੜਾ ਸੀ ਆਪਣਾ ਡੇਲੀ ਵਰਕ ਕਰ ਰਿਹਾ ਸੀਗਾ। ਐਟ ਦ ਐਂਡ ਆਫ 3 years, ਹੁਣ 3 ਸਾਲ ਹੋ ਗਏ ਸੀਗੇ। ਦ ਬੋਏ ਵਾਂਟਿਡ ਅ ਚੇਂਜ ਆਫ ਵਰਕ। ਹੁਣ ਬੋਏ ਜਿਹੜਾ ਹੈ ਵਰਕ ਚੇਂਜ ਕਰਨਾ ਚਾਹੁੰਦਾ ਸੀ ਬਿਕਾਜ਼ ਹੀ ਫੈਲਟ ਲੋਨਲੀ ਇਨ ਦਾ ਹਿਲਸ। ਕਿਉਂਕਿ ਪਹਾੜੀਆਂ ਦੇ ਵਿੱਚ ਇਕੱਲਾ ਮਹਿਸੂਸ ਕਰ ਰਿਹਾ ਸੀ ਹੁਣ। ਵੈਨ ਹੀ ਕੇਮ ਹੋਮ ਐਟ ਨਾਈਟ ਹੀ ਨੈਵਰ ਸਾ ਐਨੀ ਵਨ ਟੂ ਟੋਕ ਟੂ ਬਟ ਦ ਓਲਡ ਫਾਰਮਰ। ਜਦੋਂ ਰਾਤ ਨੂੰ ਉਹ ਘਰ ਆਉਂਦਾ ਸੀਗਾ ਤਾਂ ਉਹਦੇ ਕੋਲ ਗੱਲਾਂ ਕਰਨ ਲਈ ਕੋਈ ਨਹੀਂ ਸੀ ਹੁੰਦਾ, ਸਿਰਫ ਇੱਕ ਉਹ ਜਿਹੜਾ ਬੁੱਢਾ ਕਿਸਾਨ ਸੀ ਉਹੀ ਉਹਦੀ ਕੰਪਨੀ ਸੀਗੀ। ਇਸ ਕਰਕੇ ਬੱਚਾ ਬੋਰਡਮ ਫੀਲ ਕਰ ਰਿਹਾ ਸੀ, ਉਕੇਵਾਂ ਫੀਲ ਕਰ ਰਿਹਾ ਸੀਗਾ। ਵਨ ਈਵਨਿੰਗ ਹੀ ਟੋਲਡ ਹਿਜ਼ ਮਾਸਟਰ ਦੈਟ ਹੀ ਵਾਂਟਿਡ ਟੂ ਲੀਵ ਹਿਮ। ਇੱਕ ਸ਼ਾਮ ਉਹਨੇ ਆਪਣੇ ਮਾਲਿਕ ਨੂੰ ਕਿਹਾ ਕਿ ਉਹ ਹੁਣ ਕੰਮ ਛੱਡ ਦੇਣਾ ਚਾਹੁੰਦਾ ਹੈ।
He asked for his wages and he had earned during the 3 years on the farm. ਸੋ 3 ਸਾਲਾਂ ਦੇ ਵਿੱਚ ਉਹਨੇ ਜੋ ਵੀ ਕਮਾਈ ਕੀਤੀ ਸੀਗੀ, ਜੋ ਵੀ ਕੰਮ ਕੀਤਾ ਸੀ, ਉਹਦੇ ਬਦਲੇ ਹੁਣ ਔਰਫਨ ਬੱਚੇ ਨੇ ਵੇਜਿਸ ਮੰਗੇ, ਆਪਣੀ ਪੇਮੈਂਟ ਮੰਗੀ। ਵੇਜਿਸ ਕ੍ਰਾਈਡ ਦਾ ਫਾਰਮਰ ਐਂਗਰੀਲੀ। ਕਿਸਾਨ ਜਿਹੜਾ ਹੈ ਉਹ ਚੀਖ ਕੇ ਕਹਿੰਦਾ ਵੇਜਿਸ ਕਿਹੜੇ ਵੇਜਿਸ, ਕਾਹਦੀ ਪੇਮੈਂਟ? ਵੇਜਿਸ ਆਈ ਨੈਵਰ ਸੈਡ ਐਨੀਥਿੰਗ ਅਬਾਊਟ ਦ ਵੇਜਿਸ ਵੈਨ ਆਈ ਗੇਵ ਯੂ ਵਰਕ। ਜਦੋਂ ਮੈਂ ਤੈਨੂੰ ਕੰਮ ਦਿੱਤਾ ਸੀਗਾ ਅਤੇ ਆਪਾਂ ਕੋਈ ਵੀ ਇਹੋ ਜਿਹਾ ਜਿਹੜਾ ਹੈ ਡੀਲ ਨਹੀਂ ਸੀ ਕੀਤੀ ਕਿ ਤੈਨੂੰ ਕੰਮ ਦੇ ਬਦਲੇ ਜਿਹੜਾ ਹੈ ਪੇਮੈਂਟ ਮਿਲੇਗੀ। ਦਿਸ ਇਜ਼ ਸੋ ਆਨਸਰ ਦ ਬੋਏ ਬਟ ਨੋ ਵਨ ਐਵਰ ਵਰਕਸ ਫॉर ਨਥਿੰਗ। ਲੜਕੇ ਨੇ ਆਨਸਰ ਕੀਤਾ ਕਿ ਓਕੇ ਇਹ ਗੱਲ ਹੈ, ਲੇਕਿਨ ਕੰਮ ਤੋਂ ਪੈਸੇ ਤੋਂ ਬਿਨਾਂ ਤਾਂ ਕੋਈ ਵੀ ਕੰਮ ਨਹੀਂ ਕਰਦਾ। ਆਈ ਡਿਡ ਨੋਟ ਸੈਟਲ ਦ ਵੇਜਿਸ ਦੈਨ ਬਿਕਾਜ਼ ਆਈ ਥੋਟ ਯੂ ਆਰ ਅ ਜਸਟ ਮੈਨ। ਮੈਂ ਉਸ ਟਾਈਮ 'ਤੇ ਵੇਜਿਸ ਦੀ ਗੱਲ ਇਸ ਕਰਕੇ ਨਹੀਂ ਸੀ ਕੀਤੀ ਕਿਉਂਕਿ ਮੈਨੂੰ ਲੱਗਾ ਕਿ ਤੂੰ ਇੱਕ ਸਹੀ ਆਦਮੀ ਹੈ। ਐਂਡ ਆਈ ਐਮ ਅ ਜਸਟ ਮੈਨ ਰੋਡ ਦ ਫਾਰਮਰ। ਫਾਰਮਰ ਨੇ ਗੁੱਸੇ ਦੇ ਨਾਲ ਉੱਚੀ ਕਿਹਾ ਕਿ ਮੈਂ ਸਹੀ ਆਦਮੀ ਹਾਂ। ਨੋ ਵਨ ਹੈਜ਼ ਐਵਰ ਟੋਲਡ ਮੀ ਦੈਟ ਆਈ ਵਾਜ਼ ਨਾਟ ਦੈਟ ਬਿਫੋਰ। ਯੂ ਸ਼ੈਲ ਸੀ ਆਈ ਵਿਲ ਪੇ ਯੋਰ ਵੇਜਿਸ ਈਵਨ ਦੋ ਆਈ ਡੂ ਨਾਟ ਓ ਯੂ ਐਨੀ। ਤਾਂ ਫਾਰਮਰ ਕਹਿੰਦਾ ਹੈ ਕਿ ਮੈਂ ਵਾਕਿਆ ਹੀ ਸਹੀ ਆਦਮੀ ਹਾਂ, ਕਿਸੇ ਨੇ ਵੀ ਮੈਨੂੰ ਜਿਹੜਾ ਹੈ ਇਹ ਕਦੀ ਇਸ ਤਰ੍ਹਾਂ ਨਹੀਂ ਕਿਹਾ। ਯੂ ਸ਼ੈਲ ਸੀ, ਤੁਸੀਂ ਦੇਖੋਗੇ ਕਿ ਮੈਂ ਤੁਹਾਨੂੰ ਤੁਹਾਡੇ ਕੰਮ ਦੇ ਬਦਲੇ ਜਿਹੜਾ ਹੈ ਪੈਸੇ ਦੇ ਦੇਵਾਂਗਾ, ਚਾਹੇ ਮੈਂ ਤੁਹਾਨੂੰ ਕੁਛ ਵੀ ਨਹੀਂ ਦੇਣਾ ਕਿਉਂਕਿ ਆਪਣੀ ਪੈਸੇ ਦੇਣ ਦੀ ਡੀਲ ਨਹੀਂ ਹੋਈ ਸੀਗੀ। ਦੈਨ ਹੀ ਗੇਵ ਦ ਬੋਏ 3 ਕਾਪਰ ਕੋਇਨਸ ਫॉर 3 years ਵਰਕ। ਇਸ ਤੋਂ ਬਾਅਦ ਫਾਰਮਰ ਨੇ ਬੋਏ ਨੂੰ ਉਹਦੇ 3 ਸਾਲ ਦੇ ਵਰਕ ਵਾਸਤੇ 3 ਕਾਪਰ ਕੋਇਨ ਦੇ ਦਿੱਤੇ। ਦ ਬੋਏ ਲੁਕਡ ਐਟ ਦੈਮ ਐਂਡ ਲਾਫਡ। ਲੜਕੇ ਨੇ ਕੋਇਨ ਦੇਖੇ ਔਰ ਹੱਸਣ ਲੱਗ ਗਿਆ। ਹੀ ਪੁੱਟ ਦ ਕੋਇਨਸ in his pocket, took his shabby hat and went off whistling. ਲੜਕੇ ਨੇ ਉਹ ਆਪਣੀ ਪੋਕਟ ਦੇ ਵਿੱਚ ਕੋਇਨਸ ਪਾਏ ਔਰ ਆਪਣੀ ਜਿਹੜੀ ਡਰਟੀ ਹੈਟ ਸੀਗੀ, ਗੰਦੀ ਜੀ ਉਹਦੀ ਹੈਟ ਸੀ, ਟੋਪੀ ਸੀਗੀ, ਉਹ ਉਹਨੇ ਲਈ ਔਰ ਵਿਸਲਿੰਗ ਕਰਦਾ ਹੋਇਆ, ਵਿਸਲ ਵਜਾਉਂਦਾ ਹੋਇਆ ਜਿਹੜਾ ਹੈ ਆਪਣੇ ਮੂੰਹ ਦੇ ਨਾਲ ਉਹ ਉੱਥੋਂ ਚਲਾ ਗਿਆ। ਦੈਟ ਨਾਈਟ ਹੀ ਸਲੈਪਟ ਅੰਡਰ ਅ ਹੇ ਸਟੈਕ। ਉਸ ਰਾਤ ਉਹ ਇੱਕ ਹੇ ਸਟੈਕ ਦੇ ਨੀਚੇ ਜਿਹੜਾ ਹੈ ਸੌਂ ਗਿਆ, ਠੀਕ ਹੈ, ਪਰਾਲੀ ਵਗੈਰਾ ਦੇ ਨੀਚੇ ਸੌਂ ਗਿਆ। ਐਂਡ ਇਨ ਦ ਮੋਰਨਿੰਗ ਵੈਨ ਹੀ ਵੋਕ ਅਪ ਹੀ ਸਾ ਐਨ ਓਲਡ ਬੈਗਰ ਇਨ ਫਰੰਟ ਆਫ ਹਿਮ। ਸਵੇਰ ਵੇਲੇ ਜਦੋਂ ਉੱਠਿਆ ਤਾਂ ਉਹਨੇ ਦੇਖਿਆ ਕਿ ਇੱਕ ਬੁੱਢਾ ਭਿਖਾਰੀ ਜਿਹੜਾ ਹੈ ਉਹਦੇ ਸਾਹਮਣੇ ਸੀਗਾ। ਦ ਬੋਏ ਸਮਾਈਲਡ ਐਂਡ ਸੈਡ। ਲੜਕੇ ਨੇ ਮੁਸਕਰਾ ਕੇ ਕਿਹਾ, ਗੁੱਡ ਮੋਰਨਿੰਗ ਮਾਈ ਫਰੈਂਡ, ਯੂ ਆਰ ਆਊਟ ਆਫ ਬੈਡ ਅਰਲੀ। ਸੋ ਬੈਗਰ ਨੂੰ ਲੜਕਾ ਕਹਿ ਰਿਹਾ ਕਿ ਗੁੱਡ ਮੋਰਨਿੰਗ ਬੁਲਾ ਕੇ ਕਿ ਮੇਰੇ ਮਿੱਤਰ ਤੁਸੀਂ ਜਲਦੀ ਉੱਠ ਗਏ ਹੋ। ਆਈ ਐਮ ਰਿਪਲਾਈਡ ਦ ਬੈਗਰ। ਬੈਗਰ ਨੇ ਰਿਪਲਾਈ ਕੀਤਾ ਕਿ ਮੈਂ ਜਲਦੀ ਉੱਠ ਕੇ ਆਇਆ। ਆਈ ਵਾਜ਼ ਸੋ ਹੰਗਰੀ ਦੈਟ ਆਈ ਕੁਡ ਨਾਟ ਹੈਵ ਸਲੈਪਟ ਈਵਨ ਇਫ ਆਈ ਹੈਡ ਅ ਬੈਡ ਆਫ ਫੈਦਰਸ ਟੂ ਲਾਈ ਔਨ। ਬੈਗਰ ਕਹਿੰਦਾ ਕਿ ਮੈਨੂੰ ਇੰਨੀ ਭੁੱਖ ਲੱਗੀ ਹੋਈ ਹੈ, ਇੰਨੀ ਭੁੱਖ ਲੱਗੀ ਸੀ ਕਿ ਅਗਰ ਮੇਰੇ ਕੋਲ ਬਹੁਤ ਹੀ ਵਧੀਆ ਬੈੱਡ ਵੀ ਹੁੰਦਾ ਸੌਣ ਵਾਲਾ, ਫੈਦਰਸ ਦਾ ਬਣਿਆ ਹੋਇਆ, ਖੰਭਾਂ ਦਾ ਬਣਿਆ ਹੋਇਆ ਬੈੱਡ ਹੁੰਦਾ, ਉਹਦੇ ਉੱਪਰ ਵੀ ਮੈਨੂੰ ਨੀਂਦ ਨਹੀਂ ਸੀ ਆਉਣੀ ਬਿਕਾਜ਼ ਆਈ ਵਾਜ਼ ਹੰਗਰੀ। ਕੈਨ ਯੂ ਸਪੇਅਰ ਮੀ ਅ ਕਾਪਰ ਕੋਇਨ ਔਰ ਟੂ, ਆਈ ਐਮ ਸੋ ਹੰਗਰੀ। ਕੀ ਤੁਸੀਂ ਮੈਨੂੰ, ਲੜਕੇ ਨੂੰ ਕਹਿ ਰਿਹਾ ਹੈ, ਬੈਗਰ ਲੜਕੇ ਨੂੰ ਪੁੱਛ ਰਿਹਾ ਹੈ ਕਿ ਤੁਸੀਂ ਮੈਨੂੰ ਇੱਕ ਜਾਂ 2 ਕੋਇਨ ਦੇ ਦੋਗੇ ਕਾਪਰ ਦੇ ਤਾਂ ਕਿ ਮੈਂ ਕੁਛ ਖਾ ਸਕਾਂ, ਮੈਂ ਭੁੱਖਾ ਹਾਂ। ਦ ਬੋਏ ਪੁੱਟ ਹਿਜ਼ ਹੈਂਡ ਇਨ ਟੂ ਹਿਜ਼ ਪੋਕਿਟ। ਲੜਕੇ ਨੇ ਆਪਣਾ ਹੱਥ ਆਪਣੀ ਪੋਕਿਟ ਦੇ ਵਿੱਚ ਪਾਇਆ। ਐਂਡ ਟੁਕ ਆਊਟ ਦ ਕਾਪਰ ਕੋਇਨਸ। ਔਰ ਕਾਪਰ ਦੇ 3 ਕੋਇਨਸ ਉਹਨੇ ਕੱਢੇ। ਦੈਟ ਵਰ ਹਿਜ਼ ਵੇਜਿਸ ਫॉर 3 years, ਜੋ ਕਿ ਉਹਨੂੰ 3 ਸਾਲ ਦੇ ਵਾਸਤੇ 3 ਸਾਲ ਦੇ ਕੰਮ ਵਾਸਤੇ ਮਿਲੇ ਸੀਗੇ। ਟੇਕ ਦੀਜ਼ ਹੀ ਸੈਡ ਚੀਅਰਫੁਲੀ। ਔਰ ਬੜੀ ਖੁਸ਼ੀ ਦੇ ਨਾਲ ਬੱਚੇ ਨੇ ਕਿਹਾ ਕਿ ਇਹ ਤੁਸੀਂ ਕੋਇਨਸ ਲੈ ਲਓ। ਇਟ ਟੁਕ ਮੀ ਅ ਲੌਂਗ ਟਾਈਮ ਟੂ ਅਰਨ ਦੈਮ ਬਟ ਆਈ ਕੈਨ ਗੋ ਬੈਕ ਟੂ ਦ ਗੋਟਸ ਅਗੇਨ ਐਂਡ ਅਰਨ ਸਮ ਮੋਰ। ਚਾਹੇ ਮੈਨੂੰ ਬਹੁਤ ਟਾਈਮ ਲੱਗਾ ਹੈ 3 ਕੋਇਨਸ ਕਮਾਉਂਦਿਆਂ, ਲੇਕਿਨ ਕੋਈ ਗੱਲ ਨਹੀਂ, ਮੈਂ ਦੁਬਾਰਾ ਕੰਮ ਕਰਾਂਗਾ ਗੋਟਸ ਨੂੰ ਗ੍ਰੇਜ਼ਿੰਗ ਕਰਨ ਦਾ ਔਰ ਦੁਬਾਰਾ ਪੈਸੇ ਕਮਾ ਲਵਾਂਗਾ। ਐਜ਼ ਦ ਬੈਗਰ ਟੁਕ ਦ 3 ਕਾਪਰ ਕੋਇਨਸ ਹਿਜ਼ ਰੈਗਸ ਫੈਲ ਫਰੋਮ ਹਿਜ਼ ਬੋਡੀ ਐਂਡ ਇਨ ਦੇਅਰ ਪਲੇਸ ਅਪੀਅਰਡ ਅ ਬਲੈਕ ਵੈਲਵੇਟ ਕਲੋਕ ਵਿਦ ਸਿਲਵਰ ਵਰਕ ਔਨ ਇਟ। ਜਦੋਂ ਉਸ ਬੈਗਰ ਨੇ, ਉਸ ਭਿਖਾਰੀ ਨੇ ਉਹ 3 ਕਾਪਰ ਕੋਇਨ ਲਏ, ਠੀਕ ਹੈ ਜੀ, ਹਿਜ਼ ਰੈਗਸ ਫੈਲ ਫਰੋਮ ਹਿਜ਼ ਬੋਡੀ, ਤਾਂ ਕੀ ਹੋਇਆ ਕਿ ਉਹਦੇ ਜਿਹੜੇ ਰੈਗਸ ਸੀਗੇ, ਕੱਪੜਿਆਂ ਦੇ ਛੋਟੇ ਛੋਟੇ ਟੁਕੜੇ ਸੀ, ਉਹਦੀ ਬੋਡੀ ਤੋਂ ਨੀਚੇ ਗਿਰ ਗਏ। ਐਂਡ ਇਨ ਦੇਅਰ ਪਲੇਸ ਅਪੀਅਰਡ ਅ ਬਲੈਕ ਵੈਲਵੇਟ ਕਲੋਕ ਵਿਦ ਸਿਲਵਰ ਵਰਕ ਔਨ ਇਟ। ਔਰ ਉਹਦੇ ਫਟੇ ਹੋਏ ਕੱਪੜਿਆਂ ਦੀ ਜਗ੍ਹਾ 'ਤੇ ਕੀ ਹੋ ਗਿਆ ਕਿ ਬਹੁਤ ਹੀ ਸੁੰਦਰ ਕਾਲੇ ਰੰਗ ਦਾ ਵੈਲਵਟ ਦਾ ਜਿਹੜਾ ਚੋਗਾ ਹੈ ਉਹ ਉਹਨਾਂ ਦੀ ਜਗ੍ਹਾ 'ਤੇ ਰਿਪਲੇਸ ਹੋ ਗਿਆ। ਔਰ ਉਸ ਕਲੋਕ ਦੇ ਉੱਪਰ, ਉਸ ਚੋਗੇ ਦੇ ਉੱਪਰ ਜਿਹੜਾ ਹੈ ਸਿਲਵਰ ਦਾ ਐਮਬਰੋਇਡਰੀ ਵਰਕ ਹੋਇਆ ਸੀਗਾ।
You are a good lad, I see, said the old man. Old man कहता है, जो कि बैगर सीगा, कि मैं देख लिया है तुसीं एक अच्छे लड़के हो। I am not a beggar, मैं भिखारी नहीं हाँ। I am an angel, मैं एक फरिश्ता हाँ, मैं गॉड ਵੱਲੋਂ ਭੇਜਿਆ ਹੋਇਆ एंजल हाँ। I can grant you 2 wishes, मैं ਤੁਹਾਨੂੰ हाँ जी। सो बैगर कह रहे हैं, यू आर अ गुड लैड, तुसीं एक अच्छे लड़के हो। आई एम नॉट अ बैगर, आई एम एन एंजल, आई कैन ग्रांट यू 2 विशेज़, मैं बैगर नहीं हाँ, मैं एक एंजल हाँ, फरिश्ता हाँ, मैं ਤੁਹਾਡੀਆਂ 2 ख्वाहिशां पूरियां कर सकदा। वट डू यू वॉन्ट, तुसीं चाहुंदे की हो। आई कैन ग्रांट गिफ्ट्स टू दोज हू डिजर्व दैम, मैं ਉਹਨਾਂ ਨੂੰ ਗਿਫਟ ਦੇ ਸਕਦਾ ਹਾਂ ਜਿਹੜੇ ਕਿ ਉਸ ਡਿਜ਼ਰਵ ਗਿਫਟ ਦੇ ਹੱਕਦਾਰ ਨੇ। ਤੁਸੀਂ ਹੱਕਦਾਰ ਹੋ ਗਿਫਟ ਲੈਣ ਦੇ, ਇਸ ਲਈ ਮੈਂ ਤੁਹਾਨੂੰ ਗਿਫਟ ਦੇਵਾਂਗਾ ਕਿਉਂਕਿ ਤੁਸੀਂ ਅੱਛੇ ਇਨਸਾਨ ਹੋ। The boy thought for a moment and said, I would like to have a violin which plays music to make all men dance, and a gun that will always hit the thing at which I aim. ਸੋ ਲੜਕੇ ਨੇ ਇੱਕ ਪਲ ਲਈ ਸੋਚਿਆ ਔਰ ਕਿਹਾ ਕਿ ਮੈਨੂੰ ਇੱਕ ਵਾਇਲਨ ਚਾਹੀਦੀ ਹੈ ਜਿਹਨੂੰ ਮੈਂ ਜਦੋਂ ਵਜਾਵਾਂ ਤਾਂ ਸਾਰੇ ਹੀ ਮੈਨ ਜਿਹੜੇ ਨੇ, ਸਾਰੇ ਆਦਮੀ ਜਿਹੜੇ ਨੇ ਉਹ ਡਾਂਸ ਕਰਨ ਲੱਗ ਜਾਣ। ਔਰ ਇੱਕ ਮੈਨੂੰ ਗਨ ਬੰਦੂਕ ਚਾਹੀਦੀ ਹੈ ਜਿਹਦੇ ਨਾਲ ਜਿੱਥੇ ਮੈਂ ਨਿਸ਼ਾਨਾ ਲਗਾਵਾਂ ਉਹ ਨਿਸ਼ਾਨਾ ਉੱਥੇ ਹੀ ਹਿੱਟ ਕਰੇ। The old man smiled at once, and at once from beneath his cloak he brought out a violin and a gun. He gave them to the boy. ਬੁੱਢੇ ਆਦਮੀ ਨੇ ਮੁਸਕਰਾਇਆ ਔਰ ਉਸੇ ਵੇਲੇ ਆਪਣੇ ਚੋਗੇ ਦੇ ਨੀਚੋਂ ਉਹਨੇ ਇੱਕ ਵਾਇਲਨ ਕੱਢੀ ਔਰ ਇੱਕ ਗਨ ਕੱਢੀ ਔਰ ਇਹ ਦੋਨੋਂ ਚੀਜ਼ਾਂ ਉਹਨੇ ਲੜਕੇ ਨੂੰ ਦੇ ਦਿੱਤੀਆਂ। May they bring you the happiness that you deserve, he said and disappeared. ਔਰ ਓਲਡ ਮੈਨ ਜਿਹੜਾ ਸੀਗਾ ਉਹ ਕਹਿੰਦਾ ਹੈ ਕਿ ਪਰਮਾਤਮਾ ਕਰੇ ਕਿ ਇਹ ਜਿਹੜੀਆਂ ਦੋਨੋਂ ਚੀਜ਼ਾਂ ਨੇ ਤੈਨੂੰ ਖੁਸ਼ੀ ਦੇਣ ਜੋ ਕਿ ਤੂੰ ਡਿਜ਼ਰਵ ਕਰਦਾ ਹੈ। ਇਹਨਾਂ ਕਹਿ ਕੇ ਉਹ ਜਿਹੜਾ ਓਲਡ ਮੈਨ ਸੀਗਾ ਜੋ ਪਹਿਲਾਂ ਬੈਗਰ ਬਣਿਆ ਸੀ ਉਹ ਡਿਸਅਪੀਅਰ ਹੋ ਗਿਆ, ਅਲੋਪ ਹੋ ਗਿਆ। ਸੋ ਇੱਥੋਂ ਤੱਕ ਅਸੀਂ ਪਾਰਟ 1 ਰੀਡ ਕਰ ਲਿਆ। ਨੈਕਸਟ ਵੀਡੀਓ 'ਚ ਤੁਹਾਨੂੰ ਪਾਰਟ 2 ਮਿਲੇਗਾ। ਤੁਸੀਂ ਕੀ ਕਰਨਾ, ਤੁਹਾਡਾ ਹੋਮਵਰਕ ਹੈ ਤੁਸੀਂ ਇਸ ਲੈਸਨ ਨੂੰ ਰੀਡ ਕਰਨਾ ਹੈ ਔਰ ਜਿੰਨੇ ਇਹਦੇ ਵਿੱਚ ਨਾਊਨਸ ਨੇ ਉਹ ਸਾਰੇ ਹੀ ਤੁਸੀਂ ਬੁੱਕ ਦੇ ਉੱਪਰ ਅੰਡਰਲਾਈਨ ਕਰ ਲੈਣੇ ਹੈ। ਥੈਂਕ ਯੂ।